माइक्रो बीड्स टॉक्सिड्स पता नहीं की लिखा है टॉक्सिटी इन वर्ड्स इंज दी कोई फाइल है सही सही अच्छा जी ठीक हो गया प्रॉब्लम की जरा हुण जरा प्रॉब्लम दोहरा दिओ ताकि मैं इहनूं देखा सब तो पहले तो इहदा पेज साइज़ मैं चैक कर रहा पेज साइज़ इहदा A4 ही है नो डाउट ठीक है मार्जन इहदा ना कस्टम मार्जन दिता होया तुसीं नहीं यार ਇਹਨੂੰ ਨਾ ਤੁਸੀਂ ਨੈਰੋ ਅਗਰ ਰੱਖ ਕੇ ਦਿੰਦੇ ਹੋ ਤੇ ਜਿਸ ਟਾਈਮ ਉਹ ਪ੍ਰਿੰਟਿੰਗ ਕਰੇਗਾ ਨਾ ਆਟੋਮੈਟਿਕਲੀ ਜਾਂ ਨਾ ਜਿਹੜੀ ਸਾਈਡ ਇਹਦੀ ਗਟਨਬਰਗ ਵਾਲੀ ਹੈ ਯਾਨੀ ਲੈਫਟ ਸਾਈਡ ਵਾਲੀ ਹੈ ਉਹਨੂੰ ਐਡਜਸਟ ਕਰ ਲੇਗਾ ਨਹੀਂ ਆਂਦਾ ਵਿੱਚ ਕਿਤੇ ਵੀ ਕੁਛ ਨਹੀਂ ਆਂਦੀ ਮੈਂ ਤਾਂ ਕਹਿਣਾ ਨੈਰੋ ਕਰ ਦਈਏ ਅੱਛਾ ਚਲੋ ਠੀਕ ਹੈ ਮੈਂ ਇਹਨੂੰ ਨਹੀਂ ਛੇੜ ਰਿਹਾ ਜਿਵੇਂ ਤੁਹਾਨੂੰ ਚੰਗਾ ਲੱਗੇ ਹੁਣ ਤੁਸੀਂ ਇਹ ਦੇਖੋ ਕਿ ਪੇਜ ਕਿੰਨੇ ਪੇਜਾਂ ਦਾ ਰੋਮਨ ਲਗਾਇਆ ਹੋਇਆ ਜੇ ਤੁਹਾਡੇ ਮਸਲੇ ਵਾਲੇ ਪਾਸੇ ਆਉਣਾ एक मिनट ज़रा पेज नंबर 8 आ गया अब्स्ट्रैक्ट वाला 9 आ गया हाँ जी आ गया इस दे उत्ते कोई एक मिनट शो हाइड कर लईए ता डाटा चेक कर लईए भी ਇਹਦੇ ਤੇ ਹੈ ਕੀ ਬਲਾ ਹੈ ਅੱਛਾ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਉਹਨੇ ਕੀ ਲਿਖਿਆ ਹੋਇਆ ਇੱਥੇ ਉਹਨੇ ਸੈਕਸ਼ਨ ਬ੍ਰੇਕ ਕੀਤਾ ਹੋਇਆ हो गया जनाब और कोई हुक्म हो गया सर अगे चलो अगला सवाल हाँ जी बिल्कुल हो गया तो कोई इशू हाँ जी लिखा होया है अच्छा यानी 9 तो अगे जो चैप्टर 1 है अच्छा ਤੁਸੀਂ ਇਹ ਬਾਟਮ ਫੁੱਟਰ ਸੈਕਸ਼ਨ ਬੰਦੀ ਇਹਦੀ ਤੁਸੀਂ ਕਰ ਦਿੱਤੀ ਹੋਈ ਹੈ ਸਿਰਫ ਤੁਹਾਡੇ ਕੋਲ ਇਹ ਪੇਜ ਨੰਬਰ ਸਟਾਰਟ ਨਹੀਂ ਹੋਇਆ ਐਵੇਂ ਹੀ ਗੱਲ ਹੈ ਠੀਕ ਹੋ ਗਿਆ ਇਸ ਦਾ ਜਾਣਾ ਸਰ ਬੜਾ ਆਸਾਨ ਜਿਹਾ ਸੋਲੂਸ਼ਨ ਹੈ ਮੈਂ ਤੁਹਾਨੂੰ ਦੱਸ ਦੇਣਾ ਉਹ ਉੱਪਰ ਵਾਲਾ ਤੁਹਾਨੂੰ ਮੈਂ ਦੱਸਿਆ ਹੀ ਨਹੀਂ ਡਿਲੀਟ ਕਿਵੇਂ ਕਰੀਦਾ ਜਿੱਥੇ ਤੁਹਾਡੇ ਸਾਹਮਣੇ ਫਾਈਲ ਖੁੱਲੀ ਹੋਈ ਹੈ ਤੁਹਾਡੇ ਸਾਹਮਣੇ ਫਾਈਲ ਹਾਂ ਜੀ 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 ਤੁਸੀਂ ਹੋਮ ਟੈਬ ਤੇ ਚਲੇ ਜਾਓ ਤੇ ਪੈਰਾਗ੍ਰਾਫ ਗਰੁੱਪ ਦੇ ਅੰਦਰ ਨਾ ਟਾਪ ਰਾਈਟ ਕਾਰਨਰ ਤੇ ਇੱਕ ਛੋਟਾ ਜਿਹਾ ਆਈਕਨ ਬਣਿਆ ਹੋਇਆ ਹੈ ਉਹਦਾ ਨਾਮ ਹੈ ਸ਼ੋ ਹਾਈਡ ਮਾਊਸ ਹਾਵਰਿੰਗ ਕਰੋਗੇ ਨਾ ਸ਼ੋ ਹਾਈਡ ਉਹਦੇ ਤੇ ਆ ਜਾਏਗਾ ਐਲਫਾਬੈਟ ਪੈਰਾਗ੍ਰਾਫ ਗਰੁੱਪ ਨਹੀਂ ਹੈ ਪੈਰਾਗ੍ਰਾਫ ਗਰੁੱਪ ਜਿਹੜਾ ਹੈ ਉਹਦੇ ਉੱਤੇ ਟਾਪ ਰਾਈਟ ਕਾਰਨਰ ਤੇ ਇੱਕ ਛੋਟਾ ਜਿਹਾ ਆਈਕਨ ਹੈ ਸ਼ੋ ਹਾਈਡ ਦੇ ਨਾਮ ਤੋਂ ਹੈ ਵੇ ਸ਼ੋ ਹਾਈਡ ਦੇ ਉੱਤੇ ਜ਼ਰਾ ਕਲਿੱਕ ਕਰੋ ਤੇ ਉਸ ਖਾਲੀ ਪੇਜ ਤੇ ਜਾ ਕੇ ਵੇਖੋ ਜਿਹੜਾ ਖਾਲੀ ਪੇਜ ਉਹਦੇ ਕੀ ਲਿਖਿਆ ਹੋਇਆ ਉਹਦੇ ਤੇ ਸੈਕਸ਼ਨ ਬ੍ਰੇਕ ਲਿਖਿਆ ਹੋਇਆ ਨਾ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਹੈ ਜਨਾਬ ਇਹ ਜਿਹੜਾ ਸੈਕਸ਼ਨ ਬ੍ਰੇਕ ਜਿੱਥੇ ਲਿਖਿਆ ਹੋਇਆ ਨਾ ਜੀ ਇਸ ਸੈਕਸ਼ਨ ਬ੍ਰੇਕ ਦੇ ਨਾਲ ਕਿਧਰੇ ਵੀ ਕਲਿੱਕ ਕਰ ਲਓ ਲੈਫਟ ਸਾਈਡ ਤੇ ਜਿੱਥੇ ਕਰਸਰ ਬਲਿੰਕ ਕਰਨਾ ਸ਼ੁਰੂ ਕਰ ਦੇ ਡਿਲੀਟ ਦਾ ਬਟਨ ਦਬਾਓ हाँ मतलब हाँ एक चीज़ क्लियर हो गई ठीक हाँ जी वो मतलब शो हाइड ऑफ कर दिओ वो सिर्फ ਉਹਦਾ ਵੈਸੇ ਰੋਲ ਕੋਈ ਨਹੀਂ ਸੀ ਹੈ ਸਿਰਫ ਉਹ ਤੁਹਾਨੂੰ ਵਿਖਾਉਣ ਵਾਸਤੇ ਸੀ ਵੀ ਉੱਥੇ ਹੋਇਆ ਕੀ ਸੀ ਠੀਕ ਹੈ ਉਸ ਤੋਂ ਬਾਅਦ ਵਿੱਚ ਮੇਰਾ ਵੀਰ ਤੁਸੀਂ ਹੁਣ ਦੂਸਰਾ ਪ੍ਰੋਬਲਮ ਇਹ ਦੱਸਿਆ ਹੈ ਕਿ ਸੈਕਸ਼ਨ ਬੰਦੀ ਮੈਂ ਕੀਤੀ ਹੋਈ ਹੈ ਲੇਕਿਨ ਮੇਰੇ ਪਹਿਲੇ 9 ਪੇजेस ਦਾ ਰੋਮਨ ਰਵੇ ਤੇ ਜਿਹੜਾ पेज नंबर मेरा बन रहा चैप्टर 1 इंट्रो वाला ਇਹਦਾ पेज नंबर 10 लिखा होया ना ये 1 तो स्टार्ट होना चाहिए ठीक है जी इस तुसी फुटर सैक्शन ते आ जाओ दसना फुटर सैक्शन ਜਿਹੜਾ ਤੁਹਾਡਾ ਜਿੱਥੇ 10 ਲਿਖਿਆ ਹੋਇਆ ਨਾ ਉਹਦੇ ਉੱਤੇ ਡਬਲ ਕਲਿੱਕ ਕਰੋ 10 ਦੇ ਉੱਤੇ ਤੁਹਾਡਾ ਫੁਟਰ ਸੈਕਸ਼ਨ ਅਨੇਬਲ ਹੋ ਜਾਏਗਾ
ਬਿਲਕੁਲ ਹੋ ਗਿਆ ਨਾ ਜੀ। ਹੁਣ ਤੁਸੀਂ ਕੀ ਕਰਨਾ ਹੈ, ਇਸ ਟਾਈਮ ਤੁਹਾਡਾ ਜਿਹੜੀ ਮੈਨੂ ਬਾਰ ਹੈ ਉਹਦੇ ਵਿੱਚ ਹੈਡਰ ਐਂਡ ਫੁਟਰ ਮੈਨੂ ਸਿਲੈਕਟ ਹੈ, ਇਵੇਂ ਗੱਲ ਹੈ। ਮੈਂ ਕਹਿ ਰਿਹਾ ਕਿ ਹੈਡਰ ਫੁਟਰ ਮੈਨੂ ਸਿਲੈਕਟ ਹੈ, ਮੈਨੂ ਬਾਰ ਜਿਹੜੀ ਹੈ ਨਾ ਉਹਦੇ ਤੇ ਆਖਰੀ ਮੈਨੂ ਸਿਲੈਕਟ ਹੈ ਇਸ ਟਾਈਮ ਹੈਡਰ ਫੁਟਰ। ਤੁਸੀਂ ਉਸ ਨੂੰ ਛੋੜੋ, ਇਹਦਾ ਪਹਿਲਾ ਜਿਹੜਾ ਗਰੁੱਪ ਹੈ ਨਾ ਹੈਡਰ ਐਂਡ ਫੁਟਰ, ਜਿਹਦੇ ਤੇ ਲਿਖਿਆ ਹੈਡਰ ਫੁਟਰ ਤੇ ਪੇਜ ਨੰਬਰ, ਇਹ ਪੇਜ ਨੰਬਰ ਜਿਹੜਾ ਲਿਖਿਆ ਹੋਇਆ ਨਾ ਜੀ, ਇਹ ਪੇਜ ਨੰਬਰ ਦੇ ਉੱਤੇ ਕਲਿੱਕ ਕਰੋ ਤੇ ਫਾਰਮੇਟ ਪੇਜ ਨੰਬਰ ਤੇ ਕਲਿੱਕ ਕਰ ਦਿਓ। ਫਾਰਮੇਟ ਪੇਜ ਨੰਬਰ ਆ ਗਿਆ, ਕਲਿੱਕ ਕਰਨ ਨਾਲ ਇੱਕ ਡਾਇਲੌਗ ਬਾਕਸ ਅਪੇਅਰ ਹੋ ਗਿਆ ਸਾਹਮਣੇ, ਹੋ ਗਿਆ ਸਰ, ਹੋ ਗਿਆ ਪੇਜ ਨੰਬਰ ਫਾਰਮੇਟ ਦੇ ਨਾਮ ਤੋਂ। ਹਾਂਜੀ ਆ ਗਿਆ ਨੰਬਰ ਫਾਰਮੇਟ ਅਗੇ। ਬਸ ਬਾਕੀ ਚੀਜ਼ਾਂ ਛੋੜੋ, ਥੱਲੇ ਨਾ ਪੇਜ ਨੰਬਰਿੰਗ ਤੇ ਲਿਖਿਆ ਹੋਇਆ ਹੈ ਕੰਟੀਨਿਊਸ ਫਰਮ ਪ੍ਰੀਵੀਅਸ ਸੈਕਸ਼ਨ ਤੇ ਸਟਾਰਟ ਐਟ ਤੇ ਕਲਿੱਕ ਕਰਕੇ ਤੇ ਓਕੇ ਕਰ ਦਿਓ। ਕੁਛ ਹੋ ਗਿਆ, ਹੋ ਗਿਆ ਹਾਂ ਬਸ ਠੀਕ, ਇਹ ਪ੍ਰੋਬਲਮ ਨੰਬਰ 2 ਤੁਹਾਡਾ ਸੋਲਵ ਹੋ ਗਿਆ। ਅੱਗੇ ਚਲੋ, ਪ੍ਰੋਬਲਮ ਨੰਬਰ 2 ਵੀ ਸੋਲਵ ਹੋ ਗਿਆ। ਹੁਣ ਇਸੇ ਵੀ ਖੋਲੋ ਨਾ ਇੰਟਰੋਡਕਸ਼ਨ ਵਾਲਾ, ਤੇ ਆ ਗੈਪ ਤੁਸੀਂ ਮੈਨੂੰ ਦੱਸ ਦਿਆ ਜੇ, ਮੈਂ ਕਰ ਲੈਣਾ। ਮੈਨੂੰ ਲੱਗਦਾ ਗੈਪ ਤੋਂ ਜ਼ਿਆਦਾ ਨਹੀਂ ਦਿਖ ਰਿਹਾ ਪੈਰਾਗ੍ਰਾਫ ਦੇ ਅੰਦਰ, ਜਿਹੜੇ ਆ ਪੈਰਾਗ੍ਰਾਫ ਦੇ ਦਰਮਿਆਨ ਚ ਗੈਪ ਹੈ। ਹਾਂ ਮੈਨੂੰ ਲੱਗਦਾ ਤੁਹਾਡਾ ਨਾਮ ਮੁਨਾਸਿਬ ਜਿਹਾ ਨਹੀਂ ਲੱਗ ਰਿਹਾ ਹੈ, ਤੇ ਇੱਕ ਇੰਟਰ ਹੈ। ਠੀਕ ਹੈ, ਇਹਦਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਉੱਤੇ ਵਾਲੇ ਪੈਰਾਗ੍ਰਾਫ ਤੇ ਥੱਲੇ ਵਾਲੇ ਪੈਰਾਗ੍ਰਾਫ ਦੀ ਨਾ ਇੱਕ ਇੱਕ ਲਾਈਨ ਸਿਲੈਕਟ ਕਰ ਲਓ, ਯਾਨੀ ਉੱਤੇ ਵਾਲੇ ਪੈਰਾਗ੍ਰਾਫ ਦੀ ਆਖਰੀ ਲਾਈਨ, ਦਰਮਿਆਨ ਵਾਲਾ ਗੈਪ ਤੇ ਉਸ ਤੋਂ ਥੱਲੇ ਵਾਲੀ ਲਾਈਨ, ਇਹਨਾਂ ਤਿੰਨਾਂ ਨੂੰ ਸਿਲੈਕਟ ਕਰੋ। ਸਿਲੈਕਟ ਕਰ ਲਿਆ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਹੋਮ ਟੈਬ ਤੇ ਜਾ ਕੇ ਨਾ ਪੈਰਾਗ੍ਰਾਫ ਗਰੁੱਪ ਦੇ ਅੰਦਰ ਜਾ ਕੇ ਲਾਈਨ ਸਪੇਸਿੰਗ ਐਂਡ ਪੈਰਾਗ੍ਰਾਫ ਸਪੇਸਿੰਗ ਤੇ ਚਲੇ ਜਾਓ। ਇਹਦੇ ਵਿੱਚ ਲਿਖਿਆ ਹੁੰਦਾ ਰਿਮੂਵ ਸਪੇਸ ਆਫਟਰ ਪੈਰਾਗ੍ਰਾਫ, ਉਹਦੇ ਤੇ ਕਲਿੱਕ ਕਰ ਦਿਓ। ਬਸ ਹੁਣ ਇੱਥੇ ਜਿਵੇਂ ਤੁਹਾਨੂੰ ਸਮਝ ਆਈਏ, ਮਤਲਬ ਇੰਨਾ ਕੁ ਕਾਫੀ ਹੈ। ਹਾਂ ਕਰੈਕਸ਼ਨ ਹੋ ਜਾਏਗੀ, ਫਿਰ ਜਿੱਥੇ ਤੁਹਾਨੂੰ ਲੱਗਿਆ ਵੀ ਥੱਲੇ ਵਾਲੇ ਪੈਰਾਗ੍ਰਾਫ ਉੱਤੇ ਆ ਰਹੇ ਨੇ, ਉੱਥੇ ਬੰਦਾ ਇੱਕ ਐਂਟਰ ਕਰਕੇ ਮਜ਼ੀਦ ਐਡ ਕਰ ਸਕਦਾ। ਔਰ ਪੈਰਾਗ੍ਰਾਫ ਦੇ ਅੰਦਰ ਜਿਹੜੀ ਲਾਈਨ ਸਪੇਸਿੰਗ ਹੈ, ਇਹ ਤੁਸੀਂ ਸੈੱਟ ਕੀਤੀ ਹੋਈ ਹੈ 1.5, 1.5 ਰਿਕੁਆਇਰਮੈਂਟ ਸੀ ਜਾਂ ਖੁਦ ਸੈੱਟ ਕੀਤੀ ਜੇ? ਨਹੀਂ, ਜਿਹੜੀ ਲਾਈਨ ਸਪੇਸਿੰਗ ਹੈ, ਕਿਸੇ ਵੀ ਪੈਰਾਗ੍ਰਾਫ ਨੂੰ ਸਿਲੈਕਟ ਕਰੋ ਨਾ। ਠੀਕ ਹੋ ਗਿਆ, ਬਸ ਮੈਂ ਹੀ ਵੇਖ ਰਿਹਾ ਸਾਂ, ਮੈਂ ਕਿਹਾ ਅਗਰ ਇਹਨੂੰ 1.15 ਕਰੋ ਤਾਂ ਜ਼ਿਆਦਾ ਬਿਹਤਰ ਲੱਗਦੀ ਹੁੰਦੀ, ਲੇਕਿਨ ਅਗਰ ਰੂਲ ਹੈ ਤਾਂ ਫਿਰ ਠੀਕ ਹੈ। ਬਾਕੀ ਸਰ ਹੁਣ ਥੀਸਿਸ ਦੇ ਹਵਾਲੇ ਨਾਲ ਆਈ ਹੈਵ ਨੋ ਐਕਸਪੀਰੀਅੰਸ, ਤੁਸੀਂ ਹੁਣ ਆਪਣੇ ਹਿਸਾਬ ਨਾਲ ਵੇਖ ਲਓ, ਅਗਰ ਕੋਈ ਹੋਰ ਪ੍ਰੋਬਲਮ ਹੈ ਜਿਹੜੀ ਮੈਂ ਸੋਲਵ ਕਰ ਸਕਦਾ ਤਾਂ ਮੈਂ ਹਾਜ਼ਰ। ਥੱਲੇ ਵਿਜ਼ਿਟ ਕਰ ਲਿਆ ਜੇ ਨਾ, ਕੋਈ ਐਸੀ ਚੀਜ਼ ਜਿਹੜੀ ਥੋੜੀ ਜੀ ਇੱਕ ਪੇਜ ਤੇ ਆ ਰਹੀ ਤੇ ਬਾਕੀ ਅਗਲੇ ਪੇਜ ਤੇ ਉਹਨੂੰ ਐਂਟਰ ਕਰਕੇ ਥੱਲੇ ਲੈ ਜਾ ਜੇ, ਸੈਟਿੰਗ ਆਪ ਕਰ ਲਿਆ ਜੇ। ਠੀਕ ਹੋ ਗਿਆ ਹਾਂਜੀ। ਉਸ ਤੋਂ ਇਲਾਵਾ ਹੋਰ ਕੋਈ ਹੁਕਮ? ਰਿਕੁਐਸਟ ਵਾਲੀ ਕੋਈ ਗੱਲ ਨਹੀਂ, ਅਸੀਂ ਕੋਈ ਮਸਲਾ ਕੋਈ ਨਹੀਂ, ਹਾਜ਼ਰ ਹਾਂ ਜਨਾਬ, ਹਰ ਵੇਲੇ ਹਾਜ਼ਰ। ਚਲੋ ਠੀਕ ਹੋ ਗਿਆ, ਫਿਰ ਵੀ ਕੋਈ ਮਸਲਾ ਹੋਵੇ ਤੇ ਮੈਨੂੰ ਜਾਨਾ ਲੈ ਲਵੇ ਜੇ ਕਾਲ ਤੇ। ਖੁਦਾ ਹਾਫਿਜ਼, अस्सलाम वालेकुम।